डॉक्टर साहब अपने मुल्क दे विच जो अपने ही जो कनेडियंस कॉन्फिडेंस लूज कर देंगे तो फिर थोड़ा जिहा ना रेड अलर्ट हो जाता भाव जो कनेडियंस इस कंट्री दे विच रह रहे हैं वो थोड़ा जिहा डावाडोल हो रहे हैं कि साडी कंट्री दे विच हो की रहा है। इस सर्वे के मुताबिक एक गल सामने आई थी। ਅਰਸ਼ ਇਸ ਤਰ੍ਹਾਂ ਵੀ ਇਹ ਵੀ ਕਾਨਫੀਡੈਂਸ ਲੂਜ਼ ਕਰਨ ਵਾਲੀ ਜਾਣੀ ਕਿ ਭਰੋਸਾ ਗਵਾਚ ਜਾਣੀ ਵਾਲੀ ਗੱਲ ਵੀ ਜਿੱਥੇ ਜਾਣੀ ਜਨਮ ਹੋਇਆ ਹੋਵੇ ਪੜ੍ਹਾਈਆਂ ਕੀਤੀਆਂ ਹੋਣ ਵੱਡੇ ਹੋਈਏ ਉੱਥੇ ਆਪਣਾ ਜਿਹੜਾ ਭਵਿੱਖ ਆ ਉਹ ਧੁੰਦਲਾ ਵਿਅਕਤੀ ਨੂੰ ਨਜ਼ਰ ਆਵੇ। ਇਹ ਜਾਣੀ ਵੀ ਪੰਜਾਬੀਆਂ ਤੋਂ ਵੱਧ ਪੰਜਾਬਣਾਂ ਤੋਂ ਵੱਧ ਹੋਰ ਕਿਹਨੂੰ ਪਤਾ ਆ, ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਉੱਥੇ ਕੀ ਹਾਲ ਆ। ਹਰ ਕੰਧ ਤੇ ਉੱਥੇ ਲਿਖਿਆ ਵੀ ਬਾਹਰ ਜਾਣ ਵਾਲੇ ਸਾਨੂੰ ਮਿਲੋ, ਤੇ ਜਾਂ ਫਿਰ ਜਾਣੀ ਕਿ ਵੀ ਜਗ੍ਹਾ ਜਗ੍ਹਾ ਤੇ ਆਪਾਂ ਦੇਖਦੇ ਹਾਂ ਵੀ ਕਿੱਦਾਂ ਕਿੱਦਾਂ ਆਪਾਂ ਅੱਕੀ ਪਲਾਈ ਹੱਥ ਨਹੀਂ ਮਾਰ ਰਹੇ ਵੀ ਉੱਥੋਂ ਨਿਕਲ ਜਾਈਏ ਬੈਟਰ ਫਿਊਚਰ ਦੇ ਲਈ। ਅਮਰੀਕਾ ਪਹੁੰਚ ਜਾਈਏ, ਯੂਰਪ ਪਹੁੰਚ ਕੇ ਵੀ ਤਸੱਲੀ ਨਹੀਂ ਹੁੰਦੀ, ਆਸਟ੍ਰੇਲੀਆ ਨਿਊਜ਼ੀਲੈਂਡ ਵੀ ਇੰਨੀ ਤਸੱਲੀ ਨਹੀਂ ਹੁੰਦੀ ਜਿੰਨੀ ਅਮਰੀਕਾ ਕੈਨੇਡਾ ਆ ਕੇ ਹੁੰਦੀ ਆ। ਆਮ ਤੌਰ 'ਤੇ ਅਰਸ਼ ਇਹ ਦੇਖਿਆ ਵੀ ਜਾਣੀ ਯੂਰਪ ਦੇ ਲੋਕ ਪਹੁੰਚ ਜਾਣ ਭਾਵੇਂ ਕਿ ਸੁੰਦਰ ਸਵਰਗ ਵਰਗੇ ਉਹ ਵੀ ਮੁਲਕ ਹੈਗੇ ਆ, ਪਰ ਜਾਣੀ ਉਹਨਾਂ ਚਿਰ ਨਿਸ਼ਾ ਨਹੀਂ ਹੁੰਦੀ ਜਿੰਨਾ ਚਿਰ ਅਮਰੀਕਾ ਕੈਨੇਡਾ ਦਾ ਜਿਹੜਾ ਟੀਚਾ ਹਾਸਲ ਨਾ ਕਰ ਲਿਆ ਜਾਵੇ। ਸੋ ਕੁੱਲ ਮਿਲਾ ਕੇ ਲੇਕਿਨ ਕਿ ਇਹ ਆ ਜੀ ਵੀ ਜਿੰਨਾ ਕੁ ਹੁਣ ਧਰਤੀ 'ਤੇ ਸਾਰੀ 'ਤੇ ਜਾ ਕੇ ਅਸੀਂ ਦੇਖਿਆ ਵੀ ਕੋਈ ਐਸਾ ਦੇਸ਼ ਨਹੀਂ ਮਿਲਿਆ ਜਿੱਥੇ 100% ਲੋਕ ਖੁਸ਼ ਹੋਣ। ਇਹ ਤਾਂ ਚਲੋ ਹੁੰਦਾ ਹੀ ਆ ਵੀ ਕੋਈ ਐਸਾ ਵੀ ਨਹੀਂ ਦੇਸ਼ ਹੁੰਦਾ ਜਿੱਥੇ 100% ਹੀ ਦੁਖੀ ਹੋਣ। ਤੇ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਆ ਵੀ ਵੱਧ ਘੱਟ ਉੱਥੋਂ ਦੇ ਹਾਲਾਤਾਂ ਦੇ ਮੁਤਾਬਕ ਲੋਕਾਂ ਦਾ ਜਿਹੜਾ ਇਹ ਕਾਨਫੀਡੈਂਸ ਆ ਆਪਣੇ ਮੁਲਕ ਦੇ ਵਿੱਚ ਹੁੰਦਾ। ਪਰ ਕੁੱਲ ਮਿਲਾ ਕੇ ਜਿੰਨੇ ਕੁ ਵੀ ਜਾਣੀ ਇਹ ਦਰਜਨਕ ਸਵਰਗ ਵਰਗੇ ਆਪਾਂ ਨੂੰ ਵਧੀਆ ਮੁਲਕ ਲੱਗਦੇ ਜਿੱਥੇ ਆਪਾਂ ਜਾਣਾ ਚਾਹੁੰਦੇ ਪੰਜਾਬ ਤੋਂ ਨਿਕਲ ਕੇ, ਉੱਥੇ ਵੱਡੀ ਗਿਣਤੀ ਲੋਕਾਂ ਦੀ ਅੱਜ ਵੀ ਉਹਨਾਂ ਦੀ ਆ ਜਿਨ੍ਹਾਂ ਦਾ ਕਿ ਭਰੋਸਾ ਆਪੋ ਆਪਣੇ ਦੇਸ਼ਾਂ ਦੇ ਵਿੱਚ ਕਾਇਮ ਆ ਵੀ ਉਹ ਉੱਥੇ ਰਹਿਣਾ ਚਾਹੂਗੇ। ਇੱਦਾਂ ਨਹੀਂ ਗਾ ਵੀ ਜਾਣੀ ਵੀ ਜੇ ਉਹ ਪਾਸਪੋਰਟ ਨਕਲੀ ਮਿਲ ਜਾਏ ਤਾਂ ਵੀ ਆਪਣੇ ਰਿਸ਼ਤੇਦਾਰਾਂ ਨਾਲ ਵਿਆਹ ਕਰਾ ਕੇ ਤਾਂ ਵੀ ਕੰਡਿਆਲੀ ਤਾਰ ਟੱਪ ਕੇ ਤਾਂ ਵੀ ਜਹਾਜ਼ ਦੀਆਂ ਟਾਇਰਾਂ ਵਾਲੀ ਜਗ੍ਹਾ ਬਹਿ ਕੇ ਤਾਂ ਵੀ ਇੱਦਾਂ ਦੇ ਨਿਕਲਣ ਦੇ ਰਾਹ ਜਿਹੜੇ ਅਮਰੀਕਾ ਕੈਨੇਡਾ ਦੇ ਲੋਕ ਨਹੀਂ ਲੱਭ ਰਹੇ ਹਾਲ ਦੀ ਘੜੀ। ਪਰ ਲੇਕਿਨ ਕਿ ਵੀ ਜਾਣੀ ਸਾਵਧਾਨ ਰਹਿਣ ਇੱਦਾਂ ਦੀਆਂ ਇਸ ਕਰਕੇ ਜਿਹੜੀ ਰਿਪੋਰਟ ਦਾ ਤੁਸੀਂ ਜ਼ਿਕਰ ਕਰਦੇ ਹੋ ਵੀ ਉਹ ਆਉਂਦੀਆਂ ਰਹਿੰਦੀਆਂ ਤਾਂ ਕਿ ਵੀ ਹਾਲਾਤ ਜਿਹੜੇ ਅੱਗਾ ਦੌੜ ਤੇ ਪਿੱਛਾ ਚੌੜ ਵਾਲੀ ਗੱਲ ਨਾ ਹੋਵੇ। ਕਿਉਂਕਿ ਇੱਕ ਪਾਸੇ ਜਿੱਥੇ ਬੜੀ ਖੁਸ਼ ਆ ਕੈਨੇਡੀਅਨ ਗਵਰਨਮੈਂਟ ਵੀ ਅਸੀਂ ਪਿਛਲੇ 3 ਮਹੀਨਿਆਂ ਦੇ ਵਿੱਚ ਹੀ ਅਰਸ਼ ਪਿਛਲੇ 99 ਦਿਨਾਂ ਦੇ ਵਿੱਚ ਜਾਣੀ 1 ਲੱਖ ਤੋਂ ਵੱਧ ਲੋਕਾਂ ਨੂੰ ਵੈਲਕਮ ਕਰ ਲਿਆ ਵੀ ਉਹਨਾਂ ਨੂੰ ਕੈਨੇਡਾ ਦੇ ਵਿੱਚ ਪੱਕੇ ਕਰ ਲਿਆ। ਪਰ ਜਿਹੜੇ ਕੈਨੇਡਾ ਦੇ ਵਿੱਚ ਆਲਰੇਡੀ ਪੱਕੇ ਆ ਲੋਕ ਨਿਊ ਕੈਨੇਡੀਅਨਸ ਆ ਸਪੈਸ਼ਲੀ ਇਮੀਗ੍ਰੈਂਟ ਹੋ ਰਹੇ ਆ ਵੀ ਉਹਨਾਂ ਦਾ ਹਾਲ ਕੀ ਆ, ਉਹ ਇਸ ਇੱਕ ਨਵੇਂ ਲੀਜਰ ਸਰਵੇ ਤੋਂ ਪਤਾ ਲੱਗਦਾ ਜਿਹਦੇ ਵਿੱਚ ਇਹ ਪਤਾ ਲੱਗਦਾ ਵੀ ਮੋਰ ਐਂਡ ਮੋਰ ਜਾਣੀ ਕਿ ਜਿਹੜੇ ਨਿਊ ਕੈਨੇਡੀਅਨਸ ਆ ਸਪੈਸ਼ਲੀ ਉਹ ਅਨਹੈਪੀ ਆ, ਉਹ ਨਹੀਂ ਸੈਟਿਸਫਾਈਡ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਦੇ ਉਹਨਾਂ ਨੂੰ ਹਾਲਾਤ ਜਾਂ ਜ਼ਿੰਦਗੀ ਪ੍ਰਾਪਤ ਹੋ ਰਹੀ ਆ। ਕਾਫੀ ਗਿਣਤੀ ਉਹਨਾਂ ਦੀ ਜ਼ਿਕਰਯੋਗ ਆ। ਖਾਸ ਤੌਰ 'ਤੇ ਜਾਣੀ ਕਿ ਜਿਹੜੇ ਯੰਗ ਕੈਨੇਡੀਅਨਸ ਨਿਊ ਕੈਨੇਡੀਅਨਸ ਹੈਗੇ ਆ 18 ਤੋਂ 34 ਸਾਲ ਦੇ, ਉਹਨਾਂ ਦੇ ਵਿੱਚ ਥੋੜ੍ਹੀ ਜਿਹੀ ਇਹ ਨੌਨ ਕੌਨਫੀਡੈਂਸ ਅਬਾਊਟ ਕੈਨੇਡਾ ਜਾਣੀ ਵੱਧ ਰਿਹਾ ਆ ਵੀ 30% ਉਹਨਾਂ ਦਾ ਨੰਬਰ ਹੋ ਸਕਦਾ। ਨੌਜਵਾਨਾਂ ਦੇ ਵਿੱਚ ਇਹ ਤਤਪਰਤਾ ਹੁੰਦੀ ਆ ਵੈਸੇ ਵੀ ਕੋਈ ਹੋਰ ਜਿਹੜੀਆਂ ਨਵੀਆਂ ਥਾਵਾਂ ਨੂੰ ਡਿਸਕਵਰ ਕਰਨਾ। ਪਰ ਕੁੱਲ ਮਿਲਾ ਕੇ ਜਿਹੜੇ ਨਵੇਂ ਵੀ ਗ੍ਰੈਜੂਏਟਸ ਹੈਗੇ ਆ ਜਾਣੀ ਯੂਨੀਵਰਸਿਟੀਜ਼ ਦੇ ਵਿੱਚੋਂ ਵੀ ਆਉਂਦੇ ਆ, ਉਹਨਾਂ ਦੇ ਵਿੱਚ ਵੀ ਚੌਥਾ ਕੁ ਹਿੱਸਾ 23% ਇਹੋ ਜਿਹੇ ਆ ਵੀ ਜੇ ਉਹਨਾਂ ਨੂੰ ਮੌਕਾ ਮਿਲੇ ਤੇ ਉਹ ਪ੍ਰੈਫਰ ਕਰੂਗੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਰਹਿਣਾ। ਹੈ ਨਾ ਵੀ ਆਪਾਂ ਦੇਖਦੇ ਹਾਂ ਦੂਰ ਦੇ ਢੋਲ ਜਿਹੜੇ ਉਹ ਸੁਹਾਵਣੇ ਹੁੰਦੇ ਹੀ ਆ ਵੀ ਜਦੋਂ ਉਹਨਾਂ ਨੂੰ ਪੁੱਛਿਆ ਜਾਵੇ ਵੀ ਹਾਂਜੀ ਕਿੱਥੇ ਜਾ ਕੇ ਫਿਰ ਰਹਿਣਾ, ਵੀ ਆਮ ਤੌਰ 'ਤੇ ਅਮਰੀਕਾ ਕਹਿ ਦਿੱਤਾ ਜਾਂਦਾ ਹੈ ਨਾ, ਜਾਂ ਹੋਰ ਕੋਈ ਦੇਸ਼ ਕਹਿ ਦਿੱਤਾ ਜਾਂਦਾ ਜਿੱਥੇ ਉਹਨਾਂ ਨੂੰ ਲੱਗੇ। ਤੇ ਕੁੱਲ ਮਿਲਾ ਕੇ ਦੂਰ ਦਾ ਢੋਲ ਸੁਹਾਵਣਾ ਹੁੰਦਾ। ਇੱਥੇ ਆ ਕੇ ਚਲੋ ਕੈਨੇਡਾ 'ਚ ਆਪਾਂ ਨੁਕਸ ਕੱਢਦੇ ਹੀ ਹਾਂ, ਪਰ ਜਦੋਂ ਆਪਾਂ ਉੱਥੋਂ ਤੁਰਦੇ ਹਾਂ ਅਰਦਾਸਾਂ ਕਰੀ ਜਾਂਦੇ ਹਾਂ ਕਿਸੇ ਨੂੰ ਦੱਸਦੇ ਵੀ ਨਹੀਂ ਵੀ ਜਾਣਾ ਕਿਤੇ ਕੰਮ ਹੀ ਨਾ ਖਰਾਬ ਹੋ ਜਾਏ, ਉਦੋਂ ਥੋੜ੍ਹਾ ਕੈਨੇਡਾ ਦਾ ਕੋਈ ਨੁਕਸ ਵੀ ਯਾਦ ਆਉਂਦਾ ਹੈ ਨਾ। ਨੁਕਸ ਤਾਂ ਜਾਣੀ ਕਿ ਵੀ ਇੱਥੇ ਆ ਕੇ ਆਪਣੀ ਵਡਿਆਈ ਸ਼ੁਰੂ ਕਰ ਦੇਣੀ ਆ ਅਟੈਚੀ ਰੱਖ ਕੇ, ਤੇ ਕੈਨੇਡਾ ਦੇ ਵਿੱਚ ਫਿਰ ਨੁਕਸ ਲੱਭਣੇ ਸ਼ੁਰੂ ਹੋ ਜਾਣੇ। ਇੱਥੇ ਪਹਿਲਾਂ ਰਹਿੰਦੇ ਲੋਕ ਵੀ ਨਹੀਂ ਚੰਗੇ ਤੇ ਲੇਕਿਨ ਕਿ ਵੀ ਇਹ ਆ ਵੀ ਇਹ ਦੂਰੋਂ ਸਭ ਕੁਝ ਚੰਗਾ ਲੱਗਦਾ ਹੁੰਦਾ, ਪਰ ਇੱਥੇ ਪਹੁੰਚ ਕੇ ਜਦੋਂ ਜਿਹੜੀਆਂ ਤਲਖ ਸੱਚਾਈਆਂ ਦੇ ਨਾਲ ਜਦੋਂ ਵਾਹ ਪੈਣਾ ਹੁੰਦਾ ਨੈਚੁਰਲੀ ਵੀ ਉਹ ਕਈ ਵਾਰੀ ਨਹੀਂ ਕਿਆਸੀਆਂ ਹੁੰਦੀਆਂ। ਉਹ ਜਦੋਂ ਕਿ ਲੋਕ ਇੱਥੇ ਵਿਜ਼ਿਟਰ ਥੋੜ੍ਹੇ ਸਮੇਂ ਲਈ ਆਉਣ ਉਹਨਾਂ ਨੂੰ ਵੀ ਜਾਣੀ ਉੱਪਰੋਂ ਸਭ ਕੁਝ ਬਹੁਤ ਚੰਗਾ ਲੱਗਦਾ। ਸੀਐਨ ਟਾਵਰ ਚੱਲ ਗਏ ਜੀ, ਨਿਆਗਰਾ ਫਾਲ ਚੱਲ ਗਏ ਜੀ, ਜਾਣੀ ਕਿ ਤਲਖ ਸੱਚਾਈਆਂ ਦੇ ਨਾਲ ਵਾਹ ਉਹਨਾਂ ਦਾ ਪੈਂਦਾ। ਜਦੋਂ ਇੱਥੇ ਜਾਣੀ ਕਿ ਵੀ ਰਹਿ ਕੇ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਸਟਰਗਲ ਦੇ ਵਿੱਚ ਸ਼ਾਮਲ ਹੋਣਾ ਪਵੇ। ਕੁੱਲ ਮਿਲਾ ਕੇ ਜਿਹੜੇ ਨਵੇਂ ਆ ਰਹੇ ਲੋਕ ਆ ਅਰਸ਼ ਇਸੇ ਹੀ ਸਰਵੇ ਦੇ ਮੁਤਾਬਕ ਇਹ ਆ ਵੀ ਉਹਨਾਂ ਦੇ ਵਿੱਚੋਂ ਜਾਣੀ 3/3 ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ 70-72% ਜਿਹੜੇ ਨਿਊ ਕੈਨੇਡੀਅਨਸ ਜਾਣੀ ਇਹ ਸੋਚਦੇ ਆ ਵੀ ਜਿਹੜੀ ਕੈਨੇਡਾ ਦੀ ਲੋਕਲ ਪਾਪੂਲੇਸ਼ਨ ਆ ਇੱਥੇ ਦੇ ਰਹਿੰਦੇ ਲੋਕ ਮੇਨ ਸਟਰੀਮ ਕਹਿ ਲਓ ਵੀ ਉਹ ਸਾਡੀਆਂ ਦੁੱਖ ਤਕਲੀਫਾਂ ਨੂੰ ਸਮਝ ਨਹੀਂ ਪਾ ਰਹੇ ਵੀ ਕਿਹੜਾ ਤਕਲੀਫਾਂ ਦੇ ਵਿੱਚੋਂ ਗੁਜ਼ਰ ਕੇ ਸਾਨੂੰ ਇਸ ਮੁਲਕ ਦੇ ਵਿੱਚ ਇੱਥੇ ਐਸਟੈਬਲਿਸ਼ ਹੋਣ ਲਈ ਸਟਰਗਲ ਕਰਨੀ ਪੈਂਦੀ ਆ। ਇਹਦੇ ਨਾਲ ਹੀ ਵੀ ਜਿਹੜੀਆਂ ਜਾਣੀ ਵਿਜ਼ੀਬਲ ਮਾਈਨੋਰਿਟੀਜ਼ ਹੈਗੀਆਂ
ਵੀ ਉਹਨਾਂ ਦੇ ਵਿੱਚ ਗੁਰਬਤ ਬੜੀ ਤੇਜ਼ੀ ਦੇ ਨਾਲ ਗਰੀਬੀ ਵੱਧ ਰਹੀ ਆ, ਜਾਣੀ ਆਰਥਿਕ ਤੌਰ ਤੇ ਪਛੜ ਰਹੇ ਆ ਵੱਡੀ ਤਾਦਾਦ ਦੇ ਵਿੱਚ ਲੋਕ, ਜਿਹਦੇ ਵਿੱਚ ਕਿ ਜਿਹੜੀ ਚਾਈਨੀਜ਼ ਕਮਿਊਨਿਟੀ ਦੱਸਿਆ ਜਾ ਰਿਹਾ ਜੀ ਵੀ ਉਹ ਮੋਹਰੀ ਆ ਅਰਸ਼ 9.5% ਤੱਕ ਜਿਹੜੀ ਚਾਈਨੀਜ਼ ਕਮਿਊਨਿਟੀ ਦੇ ਵਿੱਚੋਂ ਜਾਣੀ ਉਹ ਪਾਵਰਟੀ ਦਾ ਸ਼ਿਕਾਰ ਹੋ ਰਹੇ ਆ। ਤੇ ਫਿਰ ਉਸ ਤੋਂ ਬਾਅਦ ਇਹ ਸਾਊਥ ਏਸ਼ੀਅਨਸ ਆ, ਜਿਹਦੇ ਵਿੱਚ ਆਪਾਂ ਇੰਡੀਆ ਦੇ ਲੋਕ ਵੀ ਆ ਜਾਂਦੇ ਆ, ਬਲੈਕ ਕਮਿਊਨਿਟੀ ਵੀ ਉਹਦੇ ਵਿੱਚ ਸ਼ਾਮਲ ਆ। ਵੀ 7.5% ਇਹਨਾਂ ਕਮਿਊਨਿਟੀਜ਼ ਦੇ ਵਿੱਚ ਵੀ ਲੋਕ ਜਿਹੜੇ ਆ ਜੀ ਵੀ ਉਹ ਗੁਰਬਤ ਦੇ ਵਿੱਚ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਾਣੀ ਕਿ ਜੀ ਰਹੇ ਆ, ਆਪਣੀ ਕਹਿ ਲਓ ਦਿਨ ਕੱਟੀ ਕਰ ਰਹੇ ਆ। ਇਹਦੇ ਨਾਲ ਹੀ ਵੀ ਜਾਣੀ ਇਹ ਬੇਘਰਿਆਂ ਦੀਆਂ ਸਮੱਸਿਆਵਾਂ ਵੀ ਹੋਮਲੈਸਨੈਸ ਆ ਜਿਹੜੀ ਵੀ ਹੋਮਲੈਸ ਲੋਕ ਜਿਹੜੇ ਆ ਜੀ ਵੀ ਉਹਨਾਂ ਦੀ ਗਿਣਤੀ ਵੀ ਸਾਡੇ ਮੁਲਕ ਦੇ ਵਿੱਚ ਵੱਧ ਰਹੀ ਆ। ਸੋ ਜਿੱਥੇ ਵੀ ਜਾਣੀ ਇਹ ਨਵੇਂ ਲੋਕਾਂ ਨੂੰ ਲਿਆਉਣਾ, ਸਾਰਿਆਂ ਨੂੰ ਇੱਥੇ ਆਉਣ ਲਈ ਅਪਰਚੁਨਿਟੀ ਦੇਣਾ, ਪਰ ਇਸ ਤਰ੍ਹਾਂ ਜਿਹੜੇ ਜਾਣੀ ਕਿ ਵੀ ਲੋਕ ਕੈਨੇਡਾ ਪ੍ਰਤੀ ਆਪਣਾ ਕੌਨਫੀਡੈਂਸ ਲੂਜ਼ ਕਰ ਰਹੇ ਆ ਜਾਂ ਫਿਰ ਇੱਥੇ ਰਹਿ ਕੇ ਇੱਦਾਂ ਜਾਣੀ ਉਹ ਪਛੜ ਰਹੇ ਆ, ਉਧਰ ਵੀ ਲੱਗ ਰਿਹਾ ਵੀ ਗਵਰਨਮੈਂਟ ਨੂੰ, ਸਰਕਾਰਾਂ ਨੂੰ, ਕਮਿਊਨਿਟੀਜ਼ ਨੂੰ, ਲੋਕਾਂ ਨੂੰ, ਸਾਰਿਆਂ ਨੂੰ ਰਲ ਮਿਲ ਕੇ ਧਿਆਨ ਦੇਣ ਦੀ ਲੋੜ ਆ ਜੀ। ਜੌਹਰ ਸਾਹਿਬ, ਨਵੇਂ ਤਬਦੀਲੀਆਂ ਆ ਰਹੀਆਂ ਨੇ ਜੀ ਲੈ ਕੇ ਪਾਸਪੋਰਟ ਰੀਨਿਊ ਦੇ ਵਾਸਤੇ, ਕੀ ਗੱਲਬਾਤ ਹੈ? ਹੁਣ ਕਹਿੰਦੇ ਕਿ ਗਾਰੰਟੀ ਦੀ ਲੋੜ ਨਹੀਂ ਪਵੇਗੀ। ਯੈਸ, ਇਹ ਨਾ ਅਰਸ਼ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿੰਪਲੀਫਾਈਡ ਜਿਹੜਾ ਪਾਸਪੋਰਟ ਰੀਨਿਊ ਕਰਨ ਦਾ ਪ੍ਰੋਸੈਸ ਤਾਂ ਸਿਸਟਮ ਦੇ ਵਿੱਚ ਸੀਗਾ, ਪਰ ਇਹਨੂੰ ਜਾਣੀ ਹੁਣ ਥੋੜਾ ਉਹਨਾਂ ਨੇ ਐਕਸਪੈਂਡ ਕਰ ਦਿੱਤਾ, ਵੀ ਵਧਾ ਦਿੱਤਾ, ਕਹਿ ਲਓ ਵੀ ਹੋਰ ਜ਼ਿਆਦਾ ਲੋਕਾਂ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਆ। ਤੇ ਇਹਦੇ ਨਾਲ ਨੈਚੁਰਲੀ ਆ ਵੀ ਜਿਹੜਾ ਦਫ਼ਤਰਾਂ ਦਾ ਸਟਾਫ ਆ ਪਾਸਪੋਰਟ ਕੈਨੇਡਾ ਦਾ, ਉਹਨਾਂ ਦਾ ਵਰਕਲੋਡ ਵੀ ਘਟੂਗਾ। ਵੀ ਪਹਿਲਾਂ ਇਹ ਹੁੰਦਾ ਸੀਗਾ ਵੀ ਜਿਨ੍ਹਾਂ ਦਾ ਨਵਾਂ ਪਾਸਪੋਰਟ ਐਕਸਪਾਇਰ ਹੋਇਆ ਹੋਵੇ, ਜਾਣੀ ਤਰੀਕ ਮੁੱਕੀ ਹੋਵੇ, ਉਹਨਾਂ ਨੇ ਜਦੋਂ ਕੈਨੇਡੀਅਨ ਆਪਣਾ ਪਾਸਪੋਰਟ ਨਵਾਂ ਅਪਲਾਈ ਕਰਨਾ ਆ ਤੇ ਫਿਰ ਕੋਈ ਬਹੁਤੇ ਵੱਡੇ ਉਹਨਾਂ ਨੂੰ ਕਾਗਜ਼ ਡਾਕੂਮੈਂਟੇਸ਼ਨ ਜਿਹੜੀ ਨਵੇਂ ਸਿਰੇ ਤੋਂ ਨਹੀਂ ਸੀ ਐਪਲੀਕੇਸ਼ਨ ਦੇ ਨਾਲ ਸਬਮਿਟ ਕਰਨੀ ਪੈਂਦੀ, ਵੀ ਆਪਣੀਆਂ ਜਸਟ 2 ਫੋਟੋਆਂ ਦੇ ਦਿਓ, ਫਾਰਮ ਭਰ ਦਿਓ ਤੇ ਜਿਹੜਾ ਪੁਰਾਣਾ ਪਾਸਪੋਰਟ ਆ ਉਹ ਨਾਲ ਲਾ ਦਿਓ ਤੇ 2 ਰੈਫਰੈਂਸਸ ਉਹਦੇ ਵਿੱਚ ਦੇ ਦਿਓ ਤੇ ਚਲੋ ਜੀ ਹੋ ਗਿਆ, ਮਤਲਬ ਪਾਸਪੋਰਟ ਨਵਾਂ ਬਣ ਕੇ ਜਿਹੜਾ ਉਹ ਆ ਜਾਂਦਾ ਸੀਗਾ। ਤੇ ਉਹ ਜਾਣੀ ਕਰ ਇਦਾਂ ਲੋਕ ਹੀ ਹੋ ਸਕਦੇ ਸੀਗੇ ਜਿਨ੍ਹਾਂ ਦਾ ਪਾਸਪੋਰਟ ਐਕਸਪਾਇਰ ਹੋਏ ਨੂੰ ਬਾਹਲਾ ਟਾਈਮ ਨਾ ਹੋਇਆ ਹੋਵੇ, ਜਾਣੀ 1 ਸਾਲ ਤੋਂ ਜ਼ਿਆਦਾ ਟਾਈਮ ਨਾ ਹੋਇਆ ਹੋਵੇ। ਪਰ ਹੁਣ ਸਮਝਿਆ ਇਹ ਗਿਆ ਵੀ ਕੈਨੇਡੀਅਨ ਜਿਹੜਾ ਇਮੀਗ੍ਰੇਸ਼ਨ ਦਾ, ਸਿਟੀਜ਼ਨਸ਼ਿਪ ਦਾ ਰੈਕਡ ਆ ਕੰਪਿਊਟਰਸ ਦਾ, ਉਹ ਤੇ ਜੇ ਕੋਈ ਕੈਨੇਡੀਅਨ ਸਿਟੀਜ਼ਨ ਹੈਗਾ ਆ ਤੇ ਫਿਰ ਉਹ ਹੈਗਾ ਹੀ ਆ ਸਿਸਟਮ ਦੇ ਵਿੱਚ, ਪਤਾ ਹੀ ਆ ਵੀ ਉਹ ਬੰਦਾ ਸਿਟੀਜ਼ਨ ਆ। ਤੇ ਜੇ ਸਿਟੀਜ਼ਨ ਆ ਤੇ ਫਿਰ ਪਾਸਪੋਰਟ ਲਈ ਵੀ ਉਹ ਐਲੀਜੀਬਲ ਆ। ਸੋ ਫਿਰ ਬਾਹਲੇ ਚੱਕਰਾਂ ਦੇ ਵਿੱਚ ਉਹਨੂੰ ਪਾਉਣਾ ਕਿਉਂ ਆ? ਇਸ ਕਰਕੇ ਇਹ ਆ ਜੀ ਵੀ ਹੁਣ ਜਾਣੀ ਪਿਛਲੇ 15 ਸਾਲਾਂ ਤੱਕ ਵੀ ਜਿਨ੍ਹਾਂ ਦਾ ਪਾਸਪੋਰਟ ਮੁੱਕਿਆ ਹੋਊਗਾ ਤੇ ਨਹੀਂ ਰੀਨਿਊ ਕਰਾਇਆ, ਉਹਨਾਂ ਨੂੰ ਵੀ ਜਾਣੀ ਕਿ ਇਹ ਸਿੰਪਲੀਫਾਈਡ ਪਾਸਪੋਰਟ ਰੀਨਿਊਅਲ ਪ੍ਰੋਸੈਸ ਦੇ ਵਿੱਚ ਲੈ ਆਂਦਾ ਗਿਆ। ਕੱਲ੍ਹ ਤੋਂ ਹੀ ਜਾਣੀ ਇਹ ਨਵਾਂ ਸਿਸਟਮ ਸ਼ੁਰੂ ਵੀ ਹੋ ਗਿਆ ਵੀ ਹੁਣ ਪਿਛਲੇ 15 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਪਾਸਪੋਰਟ ਹੋਏ ਐਕਸਪਾਇਰ, ਉਹਨਾਂ ਨੇ ਨਹੀਂ ਆਪਣੇ ਨਵੇਂ ਬਣਾਏ, ਤੇ ਉਹ ਵੀ ਜਾਣੀ ਇਹ ਸਧਾਰਨ ਤਰੀਕੇ ਦੇ ਨਾਲ ਆਪਣਾ ਜਿਹੜਾ ਨਵਾਂ ਪਾਸਪੋਰਟ ਆ ਉਹ ਲੈ ਸਕਦੇ ਆ। ਪਰ ਕੁੱਲ ਮਿਲਾ ਕੇ ਜਾਣੀ ਕਿ ਜਿੱਦਾਂ ਇਹ ਆ ਨਾ ਵੀ ਆਪਾਂ ਬਹੁਤ ਵਾਰ ਅੱਜ ਕੱਲ੍ਹ ਆ ਸ਼ਿਕਾਇਤਾਂ ਮਿਲਦੀਆਂ ਜੀ ਵੀ ਅਸੀਂ ਇੰਡੀਆ ਜਾਣਾ ਸੀ, ਵੀਜ਼ਾ ਅਪਲਾਈ ਕੀਤਾ, ਟਿਕਟ ਬਣਾਈ ਹੋਆ ਤੇ ਸਾਨੂੰ ਹੁਣ ਵੀਜ਼ਾ ਆਇਆ ਹੀ ਨਹੀਂ ਹੈ। ਪਰ ਉਹ ਦੂਜੇ ਪਾਸੇ ਉਹਨਾਂ ਨੇ ਉੱਥੇ ਬਾਰ-ਬਾਰ ਲਿਖ ਕੇ ਪਾਇਆ ਵੀ ਭਾਈ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਨਾ, ਪਰ ਜਦ ਤੱਕ ਵੀਜ਼ਾ ਆ ਨਾ ਜਾਏ ਤੁਸੀਂ ਟਿਕਟ ਨਹੀਂ ਬਣਾਉਣੀ, ਤੁਸੀਂ ਆਪਣਾ ਕੋਈ ਟਰੈਵਲ ਪ੍ਰੋਗਰਾਮ ਨਹੀਂ ਬਣਾਉਣਾ ਆ ਤੇ ਸਿਰਫ ਜਸਟ ਟਿਕਟ ਬਣਾ ਲਈ ਹੋਣਾ। ਇਹ ਕੋਈ ਐਮਰਜੈਂਸੀ ਰੀਜ਼ਨ ਨਹੀਂ ਹੈਗਾ ਵੀ ਜਿਹਦੇ ਕਰਕੇ ਐਕਸਪੈਡਾਈਟਡ ਜਾਣੀ ਵੀਜ਼ਾ ਬੜੀ ਕਾਹਲੀ ਤੇਜ਼ੀ ਦੇ ਨਾਲ ਦੇ ਦਿੱਤਾ ਜਾਵੇ। ਇਦਾਂ ਹੀ ਇਹ ਪਾਸਪੋਰਟ ਕੈਨੇਡਾ ਵੀ ਲੋਕਾਂ ਨੂੰ ਕਹਿ ਰਹੇ ਆ ਵੀ ਜਦੋਂ ਪਾਸਪੋਰਟ ਅਪਲਾਈ ਕੀਤਾ ਤੇ ਤੁਸੀਂ ਆਪਣਾ ਕੋਈ ਟਰੈਵਲ ਪ੍ਰੋਗਰਾਮ ਨਹੀਂ ਬਣਾਉਣਾ ਵੀ ਅਸੀਂ ਟਿਕਟ ਬੁੱਕ ਕਰ ਲਈਏ ਜੀ, ਹੋਟਲ ਬੁੱਕ ਕਰ ਲਈਏ ਜੀ, ਪਾਸਪੋਰਟ ਆ ਹੀ ਜਾਣਾ ਆ ਜੀ। ਸੋ ਇਸ ਕਰਕੇ ਡਿਲੇ ਵੀ ਹੋ ਸਕਦੀ ਆ ਸਿਸਟਮ ਦੇ ਵਿੱਚ। ਤਦ ਕਰਕੇ ਆ ਵੀ ਆਪਣੇ ਜਿਹੜੇ ਡਾਕੂਮੈਂਟਸ ਆ ਜਿਨ੍ਹਾਂ ਦੇ ਬਲਬੂਤੇ ਤੇ ਟਰੈਵਲ ਕਰਨਾ, ਉਹ ਵੀ ਜਿੰਨਾ ਚਿਰ ਹੱਥ 'ਚ ਨਹੀਂ ਹੈਗੇ ਉਹਨਾਂ ਚਿਰ ਆਪਣਾ ਜਿਹੜਾ ਟਰੈਵਲ ਅਰੇਂਜਮੈਂਟਸ ਨਹੀਂ ਕਰਨੇ ਹੈ। ਪਰ ਕੁੱਲ ਮਿਲਾ ਕੇ ਜਾਣੀ ਕਿ ਵੀ ਇਹ ਪਾਸਪੋਰਟ ਜਿਹੜੇ ਆ ਜੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਦੇ ਨਾਲ ਹੁਣ ਲੋਕਾਂ ਨੂੰ ਮਿਲਣੇ ਹੁਣ ਸ਼ੁਰੂ ਹੋ ਗਏ ਆ ਜੀ। ਜੌਹਰ ਸਾਹਿਬ, ਇਸ ਖਬਰ ਨੂੰ ਲੈ ਕੇ ਕਾਫੀ ਲੋਕ ਦੇ ਵਰ ਵੈਰੀ ਵੈਰੀ ਐਕਸਾਈਟਿਡ ਇਸ ਚੀਜ਼ ਨੂੰ ਲੈ ਕੇ। ਫੋਰਨ ਟਰੈਵਲਰਸ ਜਿਹੜੇ ਕੈਨੇਡਾ ਐਗਜ਼ੈਂਪਟ ਹੈ ਫਰਮ ਕੋਵਿਡ ਟੈਸਟ ਬਿਫੋਰ ਬੋਰਡਿੰਗ देयर ਫਲਾਈਟਸ ਐਜ਼ ਆਫ ਟੁਡੇ। ਅੱਜ ਦੀ ਇਹ ਗੱਲਬਾਤ ਬਹੁਤ ਅਹਿਮ ਹੈ ਜੀ। ਬਿਲਕੁਲ ਅਰਸ਼, ਇਸ ਤਰ੍ਹਾਂ ਦੇਖੋ ਜੀ ਵੀ ਪਿਛਲੇ ਇਹ 2 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਸ ਮਹਾਮਾਰੀ ਨੇ ਦੁਨੀਆ ਨੂੰ, ਸਾਰੀ ਧਰਤੀ ਨੂੰ ਆਪਣੀ ਪਕੜ ਦੇ ਵਿੱਚ ਲਿਆ ਤੇ ਕੋਈ ਜਗ੍ਹਾ ਐਸੀ ਬਚੀ ਨਹੀਂ ਵੀ ਜਿੱਥੇ ਕੋਈ ਟ੍ਰੈਫਿਕ ਵੀ ਨਹੀਂ, ਆਮ ਲੋਕਾਂ ਦੀ ਠੰਡ ਇੰਨੀ ਆ, ਗ੍ਰੀਨਲੈਂਡ ਵਰਗੇ ਇਲਾਕੇ ਉੱਥੇ ਵੀ ਜਾਣੀ ਕੋਵਿਡ ਦੇ ਪੇਸ਼ੈਂਟ ਨਿਕਲ ਆਏ। ਇਹ ਹੁਣ ਜਾਣੀ ਕਰਦਿਆਂ ਕਰਾਉਂਦਿਆਂ ਇੱਥੋਂ ਤੱਕ ਆਪਣੇ ਮੈਡੀਕਲ ਸਿਸਟਮਸ ਆ ਜਿਹੜੇ ਜੀ ਵੀ ਪਹੁੰਚ ਗਏ ਆ ਤੇ ਹੁਣ ਉਹ ਕੌਨਫੀਡੈਂਟ ਨੇ ਵੀ ਜੇ ਕੋਈ ਨਵੇਂ ਕੇਸ ਡੇਲੀ ਬੇਸਿਸ ਤੇ ਆ ਵੀ ਰਹੇ ਆ। ਡੈਥਸ ਵੀ ਭਾਵੇਂ ਹਜੇ ਤੱਕ ਵੀ ਰਿਪੋਰਟ ਹੋ ਰਹੀਆਂ ਸਾਡੇ ਇੱਥੇ ਓਨਟਾਰੀਓ ਦੇ ਵਿੱਚ ਵੀ, ਕੈਨੇਡਾ ਦੀਆਂ ਹੋਰ ਪ੍ਰੋਵਿੰਸਿਸ ਦੇ ਵਿੱਚ ਵੀ ਡੇਲੀ ਬੇਸਿਸ ਤੇ ਨਵੇਂ ਕੇਸਿਸ ਜਿਹੜੇ ਉਹ ਵੀ ਆ ਰਹੇ ਆ। ਪਰ ਸਾਡਾ ਜਿਹੜਾ ਹੈਲਥ ਸਿਸਟਮ ਆ, ਮੈਡੀਕਲ ਐਕਸਪਰਟਸ ਆ, ਉਹ ਕੌਨਫੀਡੈਂਟ ਆ, ਉਹ ਸਮਝ ਰਹੇ ਆ ਜੀ ਵੀ ਹੁਣ ਜਿਹੜੀ ਵੈਕਸੀਨ ਹੈਗੀ ਆ ਸਾਡੇ ਕੋਲ, ਜਾਂ ਫਿਰ ਬਾਕੀ ਦੇ ਅਦਰਵਾਈਜ਼ ਸਾਡੇ ਕੋਲ ਰਿਸੋਰਸਿਸ ਤੇ ਟੂਲਸ ਹੈਗੇ ਆ ਜਿਹਦੇ ਵਿੱਚ ਦਵਾਈਆਂ ਗੋਲੀਆਂ ਵੀ ਸ਼ਾਮਲ ਆ, ਵੀ ਉਹਦੇ ਨਾਲ ਅਸੀਂ
ਇਸ ਵਾਇਰਸ ਨੂੰ ਟਰੀਟ ਕਰ ਸਕਦੇ ਹਾਂ। ਪਹਿਲਾਂ ਜਾਣੀ ਕਿ ਵੀ ਇਸ ਤਰ੍ਹਾਂ ਦੀ ਕੋਈ ਖੋਜ, ਕੋਈ ਦਵਾਈ ਨਾ ਹੋਣ ਕਰਕੇ, ਵੈਕਸੀਨ ਨਾ ਹੋਣ ਕਰਕੇ ਮਾਰ ਜਿਹੜੀ ਆ ਆਪਾਂ ਦੇਖਿਆ ਵੀ ਬਹੁਤ ਵੱਡੀ ਪਈ, ਤੇ ਜਿਹੜੀਆਂ ਮੌਤਾਂ ਜੀ ਵੀ ਡੇਲੀ ਬੇਸਿਸ ਤੇ ਮੱਖੀਆਂ ਮੱਛਰਾਂ ਵਾਂਗੂ ਜਿਹੜੇ ਇਨਸਾਨ ਆ ਉਹਨਾਂ ਦਾ ਮਰਨਾ ਆਪਾਂ ਦੁਨੀਆ 'ਚ ਦੇਖ ਰਹੇ ਸੀ, ਹੋ ਰਿਹਾ ਸੀਗਾ। ਪਰ ਜਦੋਂ ਤੋਂ ਵੈਕਸੀਨ ਆਈ ਆ ਵੀ ਮੌਤ ਦਾ ਤਾਂਡਵ ਰੁਕਿਆ ਵੀ ਆ। ਸੋ ਤਦ ਕਰਕੇ ਵੀ ਹੁਣ ਜਿਹੜੀਆਂ ਇਹ ਰਿਸਟ੍ਰਿਕਸ਼ਨਸ ਆ ਪੜਾਵਾਰ ਸਾਰੀ ਦੁਨੀਆ 'ਚ ਹੀ ਖਤਮ ਹੋ ਰਹੀਆਂ, ਤੇ ਕੈਨੇਡਾ ਨੇ ਵੀ ਫਿਰ ਅੱਜ ਤੋਂ ਇਹ ਖੋਲ੍ਹ ਦਿੱਤਾ, ਕਹਿ ਲਓ ਵੀ ਇੰਟਰਨੈਸ਼ਨਲ ਜਿਹੜੇ ਟਰੈਵਲਰਸ ਆ ਵਿਦੇਸ਼ਾਂ ਤੋਂ ਇੱਥੇ ਕੈਨੇਡਾ 'ਚ ਆਉਣ ਵਾਲੇ ਲੋਕ, ਵੀ ਉਹਨਾਂ ਨੇ ਜਦੋਂ ਜਹਾਜ਼ ਦੇ ਵਿੱਚ ਬੈਠਣਾ ਤੇ ਕੋਵਿਡ ਟੈਸਟ ਜਿਹੜਾ ਕਰਾਉਣਾ ਪੈਂਦਾ ਸੀ, ਹੁਣ ਤਾਂ ਭਾਵੇਂ ਉਹ ਰੈਪਿਡ ਐਂਟੀਜਨ ਟੈਸਟ ਹੀ ਰਹਿ ਗਿਆ ਸੀਗਾ, ਉਹ ਜਿਹੜਾ ਜੀ ਖਤਮ ਕਰ ਦਿੱਤਾ। ਸੋ ਅੱਜ ਤੋਂ ਜਿਹੜੇ ਜਾਣੀ ਕਿ ਅੱਜ ਵੀ ਲੋਕ ਇੱਥੇ ਪਹੁੰਚੂਗੇ ਫਲਾਈਟਸ ਦੇ ਵਿੱਚ, ਜਾਣੀ ਕਿ ਵੀ ਉਹ ਬਿਨਾਂ ਟੈਸਟ ਤੋਂ ਬੈਠ ਸਕੇ ਹੋਣਗੇ। ਤੇ ਕੁੱਲ ਮਿਲਾ ਕੇ ਜਾਣੀ ਵੀ ਹੁਣ ਸਿਰਫ ਤੇ ਸਿਰਫ ਜਿਹੜੀ ਵੈਕਸੀਨ ਆ ਉਹਦੇ ਟੀਕੇ ਲੱਗੇ ਹੋਏ ਹੋਣਾ ਜ਼ਰੂਰੀ ਆ, ਤੇ ਫਲਾਈਟ 'ਚ ਬੈਠਣ ਤੋਂ 14 ਦਿਨ ਪਹਿਲਾਂ ਤੱਕ ਆਪਣੇ ਜਿਹੜੇ ਆ ਵੈਕਸੀਨ ਦੇ ਦੋਨੇ ਟੀਕੇ ਲੱਗ ਗਏ ਹੋਣ, ਤੇ ਫਿਰ ਹੁਣ ਕੋਵਿਡ ਟੈਸਟ ਕਰਾਉਣ ਦੀ ਲੋੜ ਨਹੀਂ ਜਹਾਜ਼ 'ਚ ਬੈਠਣ ਤੋਂ ਪਹਿਲਾਂ ਜੀ। ਜੋਸ ਸਾਹਿਬ, ਆਖਰੀ ਖਬਰ ਫਿਰ ਆਪਾਂ ਵਾਈਂਡ ਅਪ ਕਰਦੇ ਹਾਂ ਜੀ। ਜੋ ਡਾਊਨਟਾਊਨ ਦੇ ਵਿੱਚ ਇੱਕ ਸਪੀਡਿੰਗ USB ਨੇ hit a truck and ਦੋ pedestrians ਦੇ ਨਾਲ ਜਿਹੜਾ SUV ਡਰਾਈਵਰ ਆ ਉਸ ਦੀ ਵੀ ਉੱਥੇ ਮੌਤ ਹੋ ਗਈ। ਅਰਸ਼ ਭਈ ਹੁਣ ਇਹ ਟੱਕਰਾਂ ਇਹਨੇ ਕੀਤੀਆਂ। ਇੱਕ ਪਹਿਲਾਂ ਪਤਾ ਲੱਗ ਰਿਹਾ ਵੀ ਐਕਸੀਡੈਂਟ ਚੁਰਸਤੇ ਦੇ ਵਿੱਚ ਕੀਤਾ, ਉੱਥੇ ਡਾਊਨਟਾਊਨ ਕੋਰ ਦੇ ਵਿੱਚ ਇਹ ਲੇਕ ਸ਼ੋਰ ਦੇ ਨਾਲ ਪੈਂਦਾ ਏਰੀਆ, ਉੱਥੇ ਇਹਨੂੰ ਪੁਲਿਸ ਨੇ ਰੁਕਿਆ ਵੀ ਆ। ਉਹ ਜਿਹੜਾ ਐਕਸੀਡੈਂਟ ਇਹਨੇ ਕੀਤਾ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਆ। ਉਹ ਕਿਸੇ ਵਜ੍ਹਾ ਨਾਲ ਫਿਰ ਇਹਦੇ ਮਨ 'ਚ ਹੁਣ ਜੋ ਵੀ ਆਇਆ, ਮੌਤ ਆਈ ਸੀ ਕਹਿ ਲਓ, ਵੀ ਇਹ ਉੱਥੋਂ ਮੌਕਾ ਤਾੜ ਕੇ ਗੱਡੀ ਇਹਨੇ SUV ਆਪਣੀ ਭਜਾ ਲਈ ਆ ਤੇ ਨਿਕਲ ਗਿਆ। ਗਾਂ ਜਾ ਕੇ ਇਹਨੇ ਜਾਣੀ ਤੱਥ ਪੜਾਥ ਦੇ ਵਿੱਚ ਵੀ ਜੇ ਰੁਕਿਆ ਤੇ ਮਗਰ ਪੁਲਿਸ ਪੈ ਜੂਗੀ, ਤੇ ਇਹਨੇ ਦੋ ਰਾਹਗੀਰ ਜਿਹੜੇ ਉਸ ਵੇਲੇ ਰੋਡ ਜਿਹੜੀ ਆ ਉਹ ਕ੍ਰਾਸ ਕਰ ਰਹੇ ਸੀਗੇ, ਮਤਲਬ ਲਾਅ ਨੂੰ ਫੋਲੋ ਕਰ ਰਹੇ ਸੀਗੇ, ਉਹਨਾਂ ਨੂੰ ਗੱਡੀ ਥੱਲੇ ਦੇ ਦਿੱਤਾ ਉੱਥੋਂ ਗੱਡੀ ਭਜਾਉਣ ਦੀ ਕਾਹਲੀ ਦੇ ਵਿੱਚ। ਗਾਂ ਜਾ ਕੇ ਫਲੈਟ ਬੈੱਡ ਟਰੱਕ ਜਾ ਰਿਹਾ ਸੀਗਾ, ਉਹਦੇ ਵਿੱਚ ਇਹਦੀ ਗੱਡੀ ਵੱਜੀ ਆ, ਤੇ ਜਦੋਂ ਉਹ ਗੱਡੀ ਉਹਦੇ 'ਚ ਵੱਜ ਕੇ ਤਬਾਹ ਹੋਈ ਆ, ਤੇ ਇਹ ਗੱਡੀ 'ਚੋਂ ਬਾਹਰ ਨਿਕਲ ਕੇ ਡਿੱਗਿਆ ਆਪ ਡਰਾਈਵਰ। ਹੁਣ ਗੱਡੀ 'ਚੋਂ ਬਾਹਰ ਨਿਕਲ ਕੇ ਡਿੱਗਣਾ ਉਹਨੇ ਹੁੰਦਾ ਜਿਹਨੇ ਸੀਟ ਬੈਲਟ ਨਹੀਂ ਲਾਈ। ਜਦੋਂ ਮਤਲਬ ਜਾਣੀ ਪੁਲਿਸ ਕੋਲੋਂ ਇਹਨੇ ਪੱਤਰਾ ਵਾਚ ਕੇ ਭੱਜਿਆ, ਇੰਨਾ ਸਮਾਂ ਵੀ ਨਹੀਂ ਵੀ ਮੈਂ ਸੀਟ ਬੈਲਟ ਲਾ ਲਵਾਂ। ਸੋ ਤਦ ਕਰਕੇ ਇਹ ਜਦੋਂ ਨਿਕਲ ਕੇ ਡਿੱਗਿਆ ਗੱਡੀ 'ਚੋਂ ਬਾਹਰ ਗਿੱਚੀ ਭਰ, ਤੇ ਫਿਰ ਮੌਕੇ ਤੇ ਮੌਤ ਜਿਹੜੀ ਹੋਣੀ ਤੈਅ ਹੁੰਦੀ ਆ। ਇਸੇ ਕਰਕੇ ਜ਼ਿਆਦਾ ਜਿਹੜੇ ਮੋਟਰਸਾਈਕਲ ਸਵਾਰਾਂ ਦੀ ਜਾਨ ਜਾਂਦੀ ਆ, ਵੀ ਜਦੋਂ ਉਹਨਾਂ ਦਾ ਮੋਟਰਸਾਈਕਲ ਇਸ ਤਰ੍ਹਾਂ ਸ਼ਿਕਾਰ ਹੁੰਦਾ ਕਿਸੇ ਟੱਕਰ ਦਾ, ਤੇ ਫਿਰ ਜਦੋਂ ਧੌਣ ਭਾਰੇ ਨੇ ਆਮ ਤੌਰ ਤੇ ਜਿਹੜੀ ਉਹ ਡਿੱਗਣਾ ਹੁੰਦਾ, ਤੇ ਫਿਰ ਉਹ ਨਹੀਂ ਜਾਨ ਬਚਦੀ। ਉਸੇ ਲਿਹਾਜ਼ ਨਾਲ ਹੀ ਇਹ ਪਲਟੀਆਂ ਖਾ ਰਹੀ ਗੱਡੀਆਂ ਦੇ ਵਿੱਚੋਂ ਜਦੋਂ ਲੋਕ ਬਾਹਰ ਨਿਕਲ ਕੇ ਡਿੱਗਣ, ਮਤਲਬ ਕਿ ਉਹਨਾਂ ਨੇ ਸੀਟ ਬੈਲਟਾਂ ਨਹੀਂ ਸੀ ਲਾਈਆਂ, ਤੇ ਜਦੋਂ ਬਾਹਰ ਨਿਕਲ ਕੇ ਡਿੱਗਣਾ ਤੇ ਬਹੁਤ ਘੱਟ ਚਾਂਸ ਆ ਵੀ ਜਾਨ ਬਚ ਜੂਗੀ। ਸੋ ਇਸ ਕਰਕੇ ਅੱਜ ਵੀ ਇਸ ਸਿਚੁਏਸ਼ਨ ਦੇ ਵਿੱਚ 3 ਜਾਨਾਂ ਗਈਆਂ, ਇੱਕ ਤੇ ਇਹਦੀ ਆਪਣੀ ਤੇ ਨਾਲ 2 ਰਾਹਗੀਰਾਂ ਦੀ ਜੀ। ਲਾਸਟ ਕਾਲ ਲੈ ਲੈਣੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਗੱਲ ਕਰ ਸਕਦਾ ਜੀ ਔਨ ਦੀ ਜੀ। ਹਾਂ ਜੋ ਸਾਹਿਬ ਜੀ ਜਿਹੜਾ ਤੁਸੀਂ ਅੱਗ ਲੱਗੀ ਸੀਗੀ, 5 ਬੰਦੇ ਮਰੇ ਸੀਗੇ ਘਰ ਦੇ, ਇੱਕੋ ਘਰ ਦੇ, ਇਹਦੇ ਵਿੱਚ ਅਸੀਂ ਐਜੂਕੇਟ ਕਰ ਸਕਦੇ ਹਾਂ ਲੋਕਾਂ ਨੂੰ ਕਿ ਜਿਹੜਾ ਫਾਇਰ ਅਲਾਰਮ ਹੈ ਜਿਹੜਾ ਉਹ ਬਿਲਕੁਲ ਅਪਡੇਟ ਕਰਨਾ ਚਾਹੀਦਾ ਤਾਂ ਕਿ ਅੱਗੋਂ ਤੋਂ ਟ੍ਰੈਜਡੀਜ਼ ਨਾ ਹੋਣ। ਤਾਂ ਪੂਰਾ ਅੱਧਾ ਘੰਟਾ ਸੈਗਮੈਂਟ ਵੀ ਲਾਇਆ ਜੀ ਉੱਤੇ ਤਾਂ। ਹਾਂ, ਔਰ ਦੂਸਰਾ ਮੈਂ ਪੁੱਛਣਾ ਚਾਹੁੰਦਾ ਸੀ ਜਿਹੜੀ ਸਾਡੇ ਜਿਹੜੇ ਵੀਜ਼ੇ ਜਿਹੜੇ 10-10 ਸਾਲਾਂ ਦੇ ਲੱਗੇ ਹੋਏ ਨੇ, 5-5 ਸਾਲਾਂ ਦੇ, ਇਹ ਕਦੋਂ ਮਤਲਬ ਇਹ ਖਤਮ ਹੋ ਗਏ ਨੇ ਕਿ ਇਹਦੀ ਉਮੀਦ ਰੱਖੀ ਅਸੀਂ ਕਦੀ ਕਿ ਦੁਬਾਰਾ ਆਉਣਗੇ? ਬਹੁਤ ਧੰਨਵਾਦ। ਠੀਕ ਹੈ, ਬਹੁਤ ਮਿਹਰਬਾਨੀ ਜੋਲੀ ਜੀ। ਇੱਕ ਤਾਂ ਇਹ ਹੈ ਜੀ ਵੀ ਇਹ ਜਿਹੜੇ ਵੀਜ਼ਾਜ਼ ਆ ਇਹ ਸਸਪੈਂਡ ਆ ਅੰਟਿਲ ਫਰਦਰ ਨੋਟਿਸ, ਮਤਲਬ ਇਹ ਰੈਵੋਕੇਸ਼ਨ ਨਹੀਂ ਹੈਗੀ, ਸਸਪੈਂਸ਼ਨ ਆ। ਸਸਪੈਂਸ਼ਨ ਦਾ ਮਤਲਬ ਇਹ ਤੇ ਡਿਸੀਜਨ ਅੱਗੋਂ ਆ ਸਕਦਾ, ਰੈਵੋਕੇਸ਼ਨ ਨਹੀਂ ਹੈਗੀ। ਸੋ ਉਸ ਲਿਹਾਜ਼ ਨਾਲ ਹਜੇ ਜੇ ਟਰੈਵਲ ਕਰਨਾ ਇੰਡੀਆ ਵਾਸਤੇ, ਕੈਨੇਡੀਅਨ ਸਿਟੀਜ਼ਨਸ ਨੇ ਉਹਨਾਂ ਵਾਸਤੇ ਨਵਾਂ ਵੀਜ਼ਾ ਜਿਹੜਾ ਸਟਿੱਕਰ ਵੀਜ਼ਾ ਅਪਲਾਈ ਕਰਨਾ ਜ਼ਰੂਰੀ ਆ। ਇੱਕ ਤੇ ਹੋ ਗਿਆ। ਦੂਸਰਾ ਇਹ ਹੈ ਜੀ ਵੀ ਬਹੁਤ ਵਾਰੀ ਭੈਣ ਭਰਾ ਦੇਖੋ, ਹੁਣ ਜੋਲੀ ਜੀ ਨੇ ਜੋ ਸਵਾਲ ਪੁੱਛਿਆ ਵੀ ਕਿੰਨੀ ਵਾਰੀ ਆਪਾਂ ਪਹਿਲੇ ਦਿਨ ਤੋਂ ਇਹ 'ਤੇ ਗੱਲ ਕਰਦੇ ਆ ਰਹੇ ਹਾਂ ਵੀ ਮਿਸ ਕਰ ਜਾਂਦੇ ਨੇ ਪ੍ਰੋਗਰਾਮ ਖੁਦ, ਤੇ ਫਿਰ ਉਹਨਾਂ ਨੂੰ ਜਾਣੀ ਜਦੋਂ ਰੇਡੀਓ ਔਨ ਕਰਨ ਬਾਈ ਚਾਂਸ ਸੁਣ ਰਹੇ ਹੋਣ ਤੇ ਲੱਗਦਾ ਹੁੰਦਾ ਵੀ ਜਾਣੀ ਮੀਡੀਆ ਨੇ ਗੱਲ ਨਹੀਂ ਕੀਤੀ ਕਦੇ ਮੈਂ ਹੈ ਨਾ, ਤੇ ਪਰ ਲੇਕਿਨ ਕਿ ਆਪਾਂ ਤੇ ਹੁਣ ਕਿ ਕੋਸ਼ਿਸ਼ ਹੁੰਦੀ ਆ ਵੀ ਇਸ਼ੂ ਰਹਿ ਨਾ ਜਾਵੇ ਕਿਤੇ, ਹੈ ਨਾ। ਸੋ ਕਈ ਵਾਰੀ ਉਹਨੂੰ ਮਹੀਨਿਆਂ ਤੱਕ ਆਪਾਂ ਫੋਲੋ ਕਰਦੇ ਰਹਿੰਦੇ ਵੀ ਸਾਰੇ ਜੇ ਕਿਤੇ ਅਚਾਨਕ ਵੀ ਕਿਸੇ ਨੇ ਰੇਡੀਓ ਲਾਇਆ ਤੇ ਮਿਸ ਨਾ ਕਰ ਜਾਣ। ਸੋ ਇਸ ਕਰਕੇ ਭੈਣ ਭਰਾ ਆਪਣੇ ਹੁਣ ਪਿੱਛੇ ਡੰਪ ਟਰੱਕ ਸਾਡੇ ਕਿੰਨੀ ਸਟਰਗਲ ਚੱਲ ਰਹੀ ਹੈ ਉਹਨਾਂ ਦੀ, ਹੈ ਨਾ। ਹਾਂ, ਤੇ ਉਹਨਾਂ ਦਾ ਜਿਸ ਦਿਨ ਫੋਨ ਆਇਆ ਉਹਨਾਂ ਨੇ ਕਿਹਾ ਜੀ ਮੀਡੀਆ ਨੇ ਕਦੇ ਗੱਲ ਨਹੀਂ ਕੀਤੀ। ਅਸੀਂ ਕਿਹਾ ਜੀ ਇਹ ਤਾਂ ਹੋ ਸਕਦਾ ਵੀ ਜਿੱਦਾਂ ਹੁਣ ਤੁਸੀਂ ਬਿਜ਼ੀ ਹੋ ਆਪਣੇ ਕੰਮਾਂ ਕਾਰਾਂ 'ਚ, ਭੈਣ ਭਰਾ ਬੜੇ ਬਿਜ਼ੀ ਨੇ, ਉਹ ਸਦਾ ਰੇਡੀਓ ਨਾਲ ਨਹੀਂ ਜੁੜ ਸਕਦੇ। ਇਸੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਅਸੀਂ ਰਿਪੀਟ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਵੀ ਅਸੀਂ ਗੱਲ ਕੀਤੀ, ਜੇ ਕਿਸੇ ਭੈਣ ਭਰਾ ਨੇ ਨਹੀਂ ਸੁਣੀ ਤੇ ਉਹਨੇ 15 ਦਿਨਾਂ ਬਾਅਦ ਜੇ ਕਹਿਣਾ ਵੀ ਅਸੀਂ ਕੀਤੀ ਨਹੀਂ, ਤੇ ਫਿਰ ਇਹ ਗੱਲ ਠੀਕ ਨਹੀਂ। ਅਸੀਂ ਕਰਦੇ ਰਹਿੰਦੇ ਆ, ਤੁਸੀਂ ਵੀ ਰੋਜ਼ ਪ੍ਰੋਗਰਾਮਾਂ ਦੇ ਨਾਲ ਨਹੀਂ ਜੁੜਦੇ ਹੋਣ ਕਰਕੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਭੈਣ ਭਰਾਓ ਆਪ ਵੀ ਮਿਸ ਕਰ ਜਾਂਦੇ ਹੋ। ਇਸ ਕਰਕੇ ਇਹ ਵੀ ਸੋਚ ਲੈਣਾ ਚਾਹੀਦਾ ਵੀ ਹੋ ਸਕਦਾ ਮੀਡੀਆ ਰੇਡੀਓ ਗੱਲਾਂ ਕਰੇ ਹੀ ਰਹੇ ਹੁਣ, ਪਰ ਅਸੀਂ ਵੀ ਇੰਨੇ ਬਿਜ਼ੀ ਆ ਵੀ ਅਸੀਂ ਨਾ ਸੁਣ ਸਕੇ ਹੋਈਏ, ਹਨਾ। ਸੋ ਤਦ ਕਰਕੇ ਵੀ ਅਸੀਂ ਇਹ ਗੱਲ ਉਦਣ ਤੋਂ ਹੀ ਕਰ ਰਹੇ ਆ ਵੀ ਜਿਹੜਾ ਇਹ ਫਾਇਰ ਅਲਾਰਮ ਆ, ਇਹ ਤੁਹਾਡਾ ਦੋਸਤ ਆ, ਤੁਹਾਡਾ ਦੁਸ਼ਮਣ ਨਹੀਂ। ਫਾਇਰ ਅਲਾਰਮ ਦੇ ਨਾਲ ਦੋਸਤੀ ਕਮਾਓ, ਇਹਦੇ ਨਾਲ ਦੁਸ਼ਮਣੀ ਨਾ ਕਮਾਓ। ਇਸ ਫਾਇਰ ਅਲਾਰਮ ਦੀ ਬੈਟਰੀ ਨੂੰ ਚੈੱਕ ਨਾ ਕਰਨਾ, ਪਰੌਂਠੇ ਪਕਾਉਣ ਲਈ ਉਹਨਾਂ ਦੀਆਂ ਬੈਟਰੀਆਂ ਕੱਢ ਕੇ ਰੱਖ ਦੇਣਾ, ਉਹਦੇ ਤੇ ਤੌਲੀਏ ਅਖਬਾਰਾਂ ਪਾਉਣ ਦਾ ਮਤਲਬ ਇਹ ਆ ਵੀ ਫਾਇਰ ਅਲਾਰਮ ਨਾਲ ਅਸੀਂ ਦੁਸ਼ਮਣੀ ਕਮਾ ਰਹੇ ਹਾਂ। ਸੋ ਦੁਸ਼ਮਣੀ ਜਿਹੜੀ ਇਹ ਕਮਾਈ ਫਿਰ ਇਦਾਂ ਮਹਿੰਗੀ ਪੈਂਦੀ ਆ ਜਦੋਂ ਐਕਸੀਡੈਂਟ ਜਾਂ ਕਹ ਲਓ ਵੀ ਇਦਾਂ ਘਟਨਾਵਾਂ ਵਾਪਰ ਜਾਂਦੀਆਂ, ਫਿਰ ਆਪਾਂ ਅੱਖਾਂ 'ਚ ਘਸੁੰਨ, ਰੋਣੇ, ਵਿਲਕਣੇ ਤੇ ਮਾਰ ਕਿਤੇ ਬੇਹੋਸ਼ ਹੋਣ ਤੱਕ ਜਾਂਦੇ ਆ, ਗਸ਼ੀਆਂ ਪੈਂਦੀਆਂ। ਪਰ ਰਹਿੰਦੇ ਸਮੇਂ ਤੇ ਜਦੋਂ ਅਸੀਂ ਨਹੀਂ ਫਿਰ ਧਿਆਨ ਦਿੰਦੇ ਤੇ ਫਿਰ ਗਸ਼ੀਆਂ ਦੇਖ ਕੇ ਵੀ ਕਈ ਵਾਰੀ ਅਜੀਬੋ-ਗਰੀਬ ਲੱਗਦਾ, ਹਨਾ। ਸੋ ਤਦ ਕਰਕੇ ਇਹ ਆ ਜੀ ਵੀ ਇਹ ਫਾਇਰ ਅਲਾਰਮ ਸਾਰਿਆਂ ਭੈਣ ਭਰਾਵਾਂ ਨੂੰ ਪਤਾ ਹੀ ਹੈ ਵੀ ਸਾਡਾ ਦੋਸਤ ਹੈ। ਸਾਡਾ ਦੋਸਤ ਹੋਣ ਦੇ ਬਾਵਜੂਦ ਤੁਸੀਂ ਉਹਦੇ ਨਾਲ ਦੁਸ਼ਮਣੀ ਕਿਉਂ ਕਮਾ ਰਹੇ ਹੋ? ਅਜੇ ਹੀ ਆਪੋ ਆਪਣੇ ਘਰਾਂ ਦੇ ਵਿੱਚ ਦੇਖ ਲਓ ਵੀ ਦੁਸ਼ਮਣੀ ਤੇ ਨਹੀਂ ਕਮਾ ਕੇ ਬੈਠੇ ਕਿਤੇ ਆਪਾਂ ਫਾਇਰ ਅਲਾਰਮ ਦੇ ਨਾਲ। ਓਕੇ, ਹੁਣ ਤੱਕ ਦੁਸ਼ਮਣੀ ਕਮਾ ਲਈ, ਅੱਜ ਤੋਂ ਦੋਸਤੀ ਕਮਾਈਏ। ਲਾ ਦਿਓ ਅਖਬਾਰਾਂ, ਲਾ ਦਿਓ ਤੋਂ ਕੱਪੜੇ, ਪਾ ਲਓ ਨਵੀਂ ਬੈਟਰੀ ਜੇ ਚੇਂਜ ਕਰਨ ਵਾਲੀ ਏ, ਤੇ ਪਕੌੜੇ ਜੋ ਵੀ ਤੁਸੀਂ ਤਲਣਾ ਆ ਉਹਦੇ ਕੋਈ ਬਦਲਵੇਂ ਹੱਲ ਲੱਭ ਲਓ, ਤੇ ਨਾ ਡਰੋ ਵੀ ਭਾਫ ਤੇ ਧੂਏ ਦੇ ਨਾਲ ਅਲਾਰਮ ਚੱਲ ਪਊਗਾ ਤੇ ਇਹਨੂੰ ਛੱਡੋ ਖੜਾ, ਇਹਨੂੰ ਲਾ ਕੇ ਪਾਸੇ ਰੱਖ ਦਈਏ। ਸੋ ਦੁਸ਼ਮਣੀ ਨਹੀਂ ਕਮਾਉਣੀ ਫਾਇਰ ਅਲਾਰਮ ਦੇ ਨਾਲ, ਦੋਸਤੀ ਕਮਾਉਣੀ ਹੈ। ਜੋਲ ਸਾਹਿਬ, ਵੰਡਰਫੁਲ ਵੀਕਐਂਡ, ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਥੈਂਕ ਯੂ ਜਸ, ਮਿਹਰਬਾਨੀ।